ਅੱਜ ਸਾਂਝੀ ਕਰਨ ਲੱਗੀ ਹਾਂ ਇੱਕ 5 ਵਰਿਆਂ ਦੀ ਬਾਲੜੀ ਜਿਹਦਾ ਨਾਮ ਕਲੀ ਸੀ, ਉਸ ਦੀ ਕਹਾਣੀ। ਕਹਾਣੀ ਤਾਂ ਨਹੀਂ ਹੈ, ਅਸਲ ਘਟਨਾ ਹੈ, ਹਰਫ ਹਰਫ ਅਸਲ, ਜੋ ਉਸ ਬੇਟੀ ਨੇ ਹੰਡਾਇਆ ਅੱਜ ਤੁਹਾਡੇ ਨਾਲ ਸਾਂਝਾ ਕਰਨਾ। ਪਰ ਉਹਦੇ ਅਖੀਰ ਵਿੱਚ ਇੱਕ ਸਵਾਲ ਹੋਏਗਾ ਜਿਹੜਾ ਸਮਾਜ ਲਈ ਵੀ ਹੈ ਤੇ ਤੁਹਾਡੇ ਲਈ ਵੀ। ਮੈਨੂੰ ਜ਼ਰੂਰ ਉਹਦਾ ਜਵਾਬ ਦੇਣਾ। ਉਹ ਕਲੀ 5 ਵਰਿਆਂ ਦੀ ਸੀ ਜਦੋਂ ਇੱਕ ਵਾਰ ਉਹਦੀ ਮਾਂ ਕਹਿਣ ਲੱਗੀ, ਚੱਲ ਨਾਨਕੇ ਚੱਲੀਏ। ਛੁੱਟੀਆਂ ਹੋਈਆਂ ਸੀ ਨਾ ਸਕੂਲ ਵਿੱਚ, ਤੇ ਨਾਨਕੇ ਜਾਣ ਦਾ ਚਾਅ ਕਿਹਨੂੰ ਨਹੀਂ ਹੁੰਦਾ। ਕਿੰਨੇ ਚਾਵਾਂ ਮਲਾਰਾਂ ਨਾਲ ਉਹ ਤਿਆਰ ਹੋਈ, ਵੱਖ-ਵੱਖ ਫਰਾਕਾਂ ਰੱਖੀਆਂ। ਇਹ ਲਾਲ ਵਾਲੀ ਜ਼ਰੂਰ ਲੈ ਕੇ ਜਾਵਾਂਗੀ, ਇਹ ਮੈਨੂੰ ਨਾਨੀ ਨੇ ਦਿੱਤੀ ਸੀ। ਇਹ ਵਾਲੀ ਇਹ ਪਾਪਾ ਨੇ ਦਿੱਤੀ ਸੀ, ਪੀਲੀ ਵਾਲੀ ਉਹ ਵੀ ਜ਼ਰੂਰ ਲੈ ਕੇ ਜਾਣੀ। ਤੇ ਇਹ ਨੀਲੀ ਵਾਲੀ ਤਾਂ ਮੈਂ ਤੁਹਾਨੂੰ ਚੇਤੇ ਹੈ ਨਾ, ਮੈਂ ਜਦੋਂ 4 ਸਾਲ ਦੀ ਸੀ ਤੁਸੀਂ ਲੈ ਕੇ ਦਿੱਤੀ ਸੀ, ਇਹ ਵੀ ਲੈ ਕੇ ਜਾਣੀ। ਕਿੱਥੇ ਮੁੱਕਦੇ ਸਨ ਉਹਦੇ ਚਾਅ। ਹੈ ਹੀ ਤਾਂ ਖਿੜਦੀ ਕਲੀ ਸੀ, ਬਹੁਤ ਖੂਬਸੂਰਤ, ਗੋਰੀ ਚਿੱਟੀ, ਉਹਦੇ ਸੁਨਹਿਰੇ ਸੁਨਹਿਰੇ ਵਾਲ ਵੀ ਸਨ। ਸਾਰਾ ਸਮਾਨ ਤੇ ਵਿੱਚ ਨਿੱਕੇ ਨਿੱਕੇ ਆਪਣੇ ਗੁੱਡੀਆਂ ਪਟੋਲੇ ਵੀ ਰੱਖੇ। ਇਹ ਗੁੱਡੀ ਨਾਲ ਖੇਡਾਂਗੀ ਤੇ ਪਤਾ ਇਸ ਵਾਰ ਮੈਂ ਕੀ ਕਰਾਂਗੀ, ਮੈਂ ਨਾਨੀ ਨੂੰ ਕਹਿਣਾ ਮੇਰੀ ਗੁੱਡੀ ਦੀਆਂ ਨਿੱਕੀਆਂ ਨਿੱਕੀਆਂ ਸੋਹਣੀਆਂ ਸੋਹਣੀਆਂ ਫਰਾਕਾਂ ਬਣਾ ਕੇ ਦੇ, ਤੇ ਇਹਦੇ ਨਾ ਵਾਲ ਵਾਵਾਂਗੇ। ਮੈਂ ਨਾਨੀ ਤੋਂ ਨਾ ਗੁੱਤ ਕਰਨੀ ਸਿੱਖ ਕੇ ਆਉਂਗੀ, ਫਿਰ ਮੇਰੀ ਗੁੱਡੀ ਦੀ ਗੁੱਤ ਵੀ ਹੋਏਗੀ, ਫਿਰ ਅਸੀਂ ਬਹੁਤ ਮਜ਼ਾ ਕਰਾਂਗੇ। ਮੈਂ ਨਾਨੀ ਨਾਲ ਬਾਹਰ ਜਾਊਂਗੀ, ਫਿਰ ਅਸੀਂ ਕੁਲਫੀ ਖਾ ਕੇ ਆਵਾਂਗੇ। ਕਿੱਥੇ ਮੁੱਕਦੇ ਸਨ ਚਾਅ ਉਸ ਕਲੀ ਦੇ। ਮਾਂ ਨੇ ਵੀ ਆਪਣਾ ਸਮਾਨ ਚੁੱਕਿਆ ਕਿ ਚਲੋ ਛੁੱਟੀਆਂ ਨੇ, ਮਾਂ ਦੇ ਕੋਲ ਰਹਿ ਕੇ ਆਉਂਦੇ ਹਾਂ। ਉਹਨੂੰ ਚਾਅ ਸੀ, ਉਹਦਾ ਛੋਟਾ ਭਰਾ ਵੀ ਸੀ ਜੋ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹਦੇ ਲਈ ਵੀ ਕੁਝ ਚੀਜ਼ਾਂ ਰੱਖੀਆਂ ਤੇ ਫਿਰ ਉਸੇ ਆਪਣੀ ਧੀ ਨੂੰ ਕਿੰਨਾ ਹੀ ਕੁਝ ਦੱਸਦੀ ਰਹੀ। ਤੇਰਾ ਮਾਮਾ ਹੈ ਨਾ, ਉਹਦੇ ਤਾਂ ਚਾਅ ਮੁੱਕਣੇ ਹੀ ਨਹੀਂ, ਤੈਨੂੰ ਚੁੱਕ ਕੇ ਬਾਜ਼ਾਰ ਵਿੱਚ ਲੈ ਕੇ ਜਾਏਗਾ, ਉਹ ਤਾਂ ਤੈਨੂੰ ਬਹੁਤ ਪਿਆਰ ਕਰਦਾ ਹੈ। ਗੱਲਾਂ ਕਰਦਿਆਂ ਕਦੋਂ ਪਿਕਅਪ ਆ ਗਿਆ ਪਤਾ ਹੀ ਨਹੀਂ ਲੱਗਿਆ। ਘਰ ਪਹੁੰਚੇ, ਜਾ ਕੇ ਕਿਸ ਤਰੀਕੇ ਉਹ ਚਿੰਬੜ ਕੇ ਆਪਣੇ ਮਾਮੇ ਨੂੰ ਮਿਲੀ, ਕਿਵੇਂ ਨਾਨੀ ਨੂੰ। ਉਹ ਚਾਅ ਮਲਾਰ ਤੇ ਖ਼ਤਮ ਹੀ ਨਹੀਂ ਹੋਏ। ਰਾਤ ਭਰ ਜਾਗ ਕੇ ਮਾਂ ਧੀ ਦੀਆਂ ਗੱਲਾਂ ਕਦੋਂ ਖ਼ਤਮ ਹੁੰਦੀਆਂ ਨੇ। ਪਰ ਉਹ ਕਲੀ ਕਦੋਂ ਜਾ ਕੇ ਸੌਂ ਗਈ ਪਤਾ ਹੀ ਨਹੀਂ ਲੱਗਿਆ। ਤੇ ਪਰ ਸੁਪਨਿਆਂ ਵਿੱਚ ਵੀ ਉਹ ਤਾਂ ਉਡਾਰੀ ਮਾਰਦੀ ਫਿਰਦੀ ਸੀ, ਤਿਤਲੀਆਂ ਵਾਂਗ, ਕਦੇ ਕਿਸੇ ਫੁੱਲ ਤੇ ਕਦੇ ਕਿਸੇ ਫੁੱਲ ਤੇ, ਕਿ ਹੁਣ ਬਹੁਤ ਮਜ਼ਾ ਆਏਗਾ ਨਾਨੀ ਕੋਲ, ਮਾਮੇ ਕੋਲ। ਮੈਨੂੰ ਤੇ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ। ਕਿੰਨੇ ਹੀ ਸੁਪਨੇ ਸਨ ਸੰਜੋ ਕੇ ਲੈ ਕੇ ਆਈ ਦੇ। ਅਗਲੇ ਦਿਨ ਸਵੇਰੇ ਸਭ ਠੀਕ ਸੀ। ਸ਼ਾਮ 4 ਵਜੇ ਤੋਂ ਬਾਅਦ ਕਲੀ ਲੱਭੀ ਨਹੀਂ। ਮਾਂ ਆਵਾਜ਼ਾਂ ਮਾਰਦੀ ਫਿਰਦੀ ਸੀ, ਨਾਨੀ ਆਵਾਜ਼ਾਂ ਮਾਰਦੀ ਸੀ, ਕਲੀ ਕਿੱਥੇ ਗਈ? ਆਂਢ ਗੁਆਂਢ ਵੀ ਲੱਭਿਆ, ਕੋਈ ਨਾ ਮਿਲਿਆ। ਆਵਾਜ਼ਾਂ ਉਹਦੇ ਮਾਮੇ ਨੂੰ ਵੀ ਮਾਰੀਆਂ ਗਈਆਂ। ਭੈਣ ਆਪਣੇ ਭਰਾ ਨੂੰ ਵੀ ਲੱਭਦੀ ਸੀ, ਕਿੱਥੇ ਹੈ? ਫਿਰ ਖਿਆਲ ਆਇਆ ਸ਼ਾਇਦ ਦੋਨੋਂ ਜਣੇ ਕਿਤੇ ਘੁੰਮਣ ਨਿਕਲੇ ਹੋਣਗੇ, ਆ ਜਾਣਗੇ। ਦੋਨੋਂ ਹੀ ਨਹੀਂ ਨੇ। ਸ਼ਾਮ 7 ਵੱਜ ਗਏ। 4 ਵਜੇ ਦੀ ਗਈ ਹੋਈ, 7 ਵਜੇ ਤੱਕ ਕੋਈ ਖਬਰਸਾਰ ਨਹੀਂ। ਫਿਰ ਅਖੀਰ ਫਿਕਰ ਪਿਆ, ਗਲੀ ਵਿੱਚ ਨਿਕਲੇ, ਕਿੱਥੇ ਗਏ ਨੇ? ਉਨੀ ਦੇਰ ਨੂੰ ਦੂਰੋਂ ਉਹਦਾ ਮਾਮਾ ਕਲੀ ਦਾ ਆਉਂਦਾ ਦਿਸਿਆ। ਭੈਣ ਤੇ ਦਰਵਾਜ਼ੇ ਦੇ ਬਾਹਰ ਹੀ ਖੜੀ ਸੀ, ਮਾਂ ਵੀ ਉਹਦੀ ਬਾਹਰ ਹੀ ਸੀ। ਸੋ ਦੋਵੇਂ ਮਾਵਾਂ ਧੀਆਂ ਦੌੜਦੀਆਂ ਗਈਆਂ ਉਹਦੇ ਕੋਲ। ਉਹ ਕਿੱਥੇ ਜੇ ਕਲੀ, ਤੇਰੇ ਨਾਲ ਏ? ਉਹਨੇ ਕਿਹਾ ਨਹੀਂ। ਜੇ ਨਹੀਂ ਤਾਂ ਫਿਰ 4 ਵਜੇ ਦੀ ਉਹ ਛੋਟੀ ਜਿਹੀ ਬਾਲੜੀ ਕਿੱਥੇ ਗਈ? ਚੁਫੇਰੇ ਝੱਟ
झटपट ਅੱਗ ਵਾਂਗ खबर फैली कि वो छोटी ਜਿਹੀ बेटी नहीं दिस रही। सारे जने हाहाकार मची पई सी। किसे कहा कि पुलिस च भी खबर दिओ। इहो जी गल सुनदियां उस बच्ची दा मामा जो 9वीं जमात विच पढ़दा सी एकदम कली दी नानी नूं लैके कमरे दे अंदर चला गया। खरे की गल उन्हें कीती। बेचारी कली दी मां तां बाहर सी, आवाज़ां मारदी झल्ली होई पई सी, मेरी बच्ची लोड़ा जे लभो तां सही, कित्थे है, की होया? हाय वो तां बिल्कुल फुल्लां वर्गी। इन्नी देर नूं बद हवास होई। कली दी नानी ते मामा कमरे विचों निकले। एकदम किसे पासे नूं मुड़े ते फिर कुछ देर तक नज़र ही नहीं पे। गल नूं हो गए चौदह 40 मिनट। उस तो बाद दुहत्थड़ मारदी नानी वापस आई ते हत्थ विच दोनों हत्थां विच चुकी हुई सी उस कली दी लाश, लहू लुहान लाश। जिस तरीके वैन पाउंदी ओ नानी अंदर आई, सब चुफेरे सुन पसर गया सी ते मां नूं तां इंज सी जिवें दौरा पै गया होवे। चुफाल डिग्गी बेहोश। मेरी धी लहू लुहान ते ओ जहान भी छड्ड गई। होया की? पर वो तां बोलण वाली हालत च नहीं सी। मां तां बेहोश सी। ਉਹਦੇ ਤਾਂ ਸੁਪਨਿਆਂ ਤੋਂ ਵੀ ਪਰੇ ਸੀ ਕਿ ਉਹਦੀ ਨਿੱਕੀ ਜਿਹੀ ਕਲੀ ਇਸ ਤਰੀਕੇ ਦੁਨੀਆ ਛੱਡ ਜਾਏਗੀ। ਮੁਹੱਲੇ ਵਾਲੇ ਸਭ ਦੇਖ ਕੇ ਦੰਗ ਹੋ ਗਏ ਸਨ, ਘਬਰਾਏ। ਕਿਸੇ ਨੇ ਪੁਲਿਸ ਨੂੰ ਵੀ ਫੋਨ ਕੀਤਾ। ਨਾਨੀ ਅੰਦਰ ਗਈ। ਉਸਨੇ ਝਟਪਟ ਲਹੂ ਲੁਹਾਨ ਜੋ ਕੱਪੜੇ ਸਨ ਲਾਏ, ਨਵਾ ਦਿੱਤਾ ਚੰਗੀ ਤਰ੍ਹਾਂ ਰਗੜ ਰਗੜ ਕੇ ਸਾਬਣ ਦੇ ਨਾਲ। ਵਾਲ ਵੀ ਪਿੰਡਾ ਵੀ ਧੋਇਆ ਸੁਕਾਇਆ, ਲੱਤਾਂ ਵੀ ਚੰਗੀ ਤਰ੍ਹਾਂ ਅੰਦਰੋਂ ਪੁੰਝੀਆਂ ਤੇ ਨਵੀਂ ਫਰਾਕ ਪਾ ਕੇ, ਉਹੀ ਨੀਲੀ ਜਿਹੜੀ ਚਾਹ ਦੇ ਨਾਲ ਉਹ ਟੈਚੀ ਵਿੱਚ ਤੁੰਨ ਰਹੀ ਸੀ। ਮੈਂ ਜਾਣਾ ਇਹੀ ਪਾ ਕੇ ਮਾਮੇ ਦੇ ਮੋਢੇ ਤੇ ਚੜ੍ਹ ਕੇ ਬਾਜ਼ਾਰ ਜਾਵਾਂਗੀ। ਉਹੀ ਸੀ ਨੀਲੀ ਫਰਾਕ ਜੋ ਉਹਦੀ ਲਾਸ਼ ਦੇ ਉੱਪਰ ਪਾ ਦਿੱਤੀ ਗਈ। ਇੰਨੇ ਨੂੰ ਪੁਲਿਸ ਆਈ। ਇਹ ਦੇਖ ਕੇ ਸਾਰਾ ਮਾਹੌਲ ਜਿੱਥੇ ਚੁਫੇਰੇ ਚੀਕ ਚਹਾੜਾ ਮਚਿਆ ਹੋਇਆ ਸੀ ਤੇ ਸਭ ਇਹ ਸਮਝਣ ਕਿਆਸ ਵੀ ਨਹੀਂ ਸੀ ਲਾ ਰਹੇ, ਕੁਝ ਸਮਝ ਨਹੀਂ ਸੀ ਕਿਸੇ ਨੂੰ ਆ ਰਹੀ ਕਿ ਵਾਪਰਿਆ ਕੀ। ਉਹਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ, ਕੁਝ ਠੀਕ ਹੋਈ, ਵਾਪਸ ਆ ਕੇ ਚਿੰਬੜ ਗਈ ਆਪਣੀ ਧੀ ਦੀ ਲਾਸ਼ ਨੂੰ। ਕੀ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਕੁਝ ਪਤਾ ਨਹੀਂ ਲੱਗ ਰਿਹਾ ਸੀ। ਨਾਨੀ ਇੱਕਦਮ ਕਹਿਣ ਲੱਗੀ, ਚਲੋ ਫਟਾਫਟ ਸੰਸਕਾਰ ਕਰੀਏ, ਕਿਉਂ ਇਸ ਹਾਲ ਵਿੱਚ ਅਸੀਂ ਬੱਚੀ ਨੂੰ ਜ਼ਿਆਦਾ ਦੇਰ ਰੱਖਣਾ। ਮਾਂ ਦੀ ਤਾਂ ਸੋਚ ਸਮਝ ਖਤਮ ਹੋਈ ਪਈ ਸੀ। ਹਾਏ ਮੇਰਾ ਤਾਂ ਕਲੇਜਾ ਵੀ ਠੰਡਾ ਨਹੀਂ ਹੋਇਆ। ਇੰਜ ਨਾ ਕਰੋ, ਇੰਨੀ ਛੇਤੀ ਨਾ ਕਰੋ। ਪਰ ਪੁਲਿਸ ਵਾਲੇ ਇੱਕਦਮ ਉੱਥੇ ਆ ਕੇ ਇਹ ਸਭ ਕੁਝ ਰੋਕਣ ਲੱਗੇ। ਕਿਸੇ ਵੀ ਹਾਲ ਵਿੱਚ ਸੰਸਕਾਰ ਨਹੀਂ ਹੋਏਗਾ, ਪਹਿਲਾਂ ਪੋਸਟਮਾਰਟਮ ਕਰਨਾ ਜ਼ਰੂਰੀ ਹੈ। ਨਾਨੀ ਨੇ ਬੱਚੀ ਦੀ ਮਾਂ ਨੂੰ ਕਿਹਾ, ਆਪਣੀ ਹੀ ਸਕੀ ਧੀ ਨੂੰ, ਕਿਉਂ ਬੱਚੀ ਦੀ ਚੀਰ ਫਾੜ ਕਰਵਾਉਂਦੇ ਆ? ਲਿਖ ਦੇ ਨਾ, ਅਸੀਂ ਬੱਚੀ ਦੀ ਚੀਰ ਫਾੜ ਨਹੀਂ ਕਰਵਾਉਣੀ, ਸਾਨੂੰ ਇੰਝ ਹੀ ਸੰਸਕਾਰ ਕਰ ਲੈਣ ਦਿਓ। ਮਾਂ ਸੀ ਆਖਰ, ਉਹਦਾ ਵੀ ਕਲੇਜਾ ਡੋਲ ਗਿਆ, ਪਰ ਪੁਲਿਸ ਵਾਲੇ ਨਾ ਮੰਨੇ। ਇਸ ਸਾਰੇ ਦੌਰਾਨ ਮਾਮਾ ਉਸ ਸਮੇਂ ਦਿਖ ਨਹੀਂ ਸੀ ਰਿਹਾ, ਕਿੱਥੇ ਗਿਆ? ਸਭ ਇਹੀ ਸੋਚ ਰਹੇ ਸਨ, ਉਹ ਬਰਦਾਸ਼ਤ ਨਹੀਂ ਕਰ ਸਕਿਆ ਹੋਣਾ। ਇਸ ਤਰੀਕੇ ਦਾ ਕਹਿਰ ਟੁੱਟਿਆ ਹੋਵੇ, ਕੋਈ ਕਿਵੇਂ ਟਿਕ ਸਕਦਾ ਹੈ?
अगले दिन खबर सी सिर्फ इन्नी क, तुसी भी पढ़ी होएगी, मैं भी पढ़ी, कि एक बालड़ी दा शक्की हालत विच जिसम दा मिलना ते अगे 2 क्वेश्चन मार्क पाए हुए सन, शायद बलात्कार होया। पोस्टमार्टम दी रिपोर्ट तो बाद एक खबर छपी नहीं कि की वापरिया। बतौर एक डॉक्टर हुंदियां पोस्टमार्टम दी रिपोर्ट सांझी करन लगी हाँ। उहदे पिछे मेरा मन अंदरला दर्द एक पीड़ है जिहड़ी समाज नूं शीशा विखाउणा चाहती है, क्योंकि असी अजिहियां खबरां पढ़ के अपने काम कारां विच रुझ जाने आ। इस तो बाद की वापरिया वेखदे नहीं। पोस्टमार्टम दी रिपोर्ट सी कि उस 5 वरियां दी बालड़ी दा जबर जनाह होया सी। ਉਹਦਾ ਸੰਗ ਕੁੱਟਿਆ ਗਿਆ ਸੀ, ਗਲੇ ਤੇ ਚੰਗੀ ਤਰ੍ਹਾਂ ਗਲਾ ਦਬਾਉਣ ਦੇ ਨਿਸ਼ਾਨ ਸਨ ਕਿ ਉਹ ਚੀਕ ਨਾ ਸਕੇ। ਉਸ ਬਾਲੜੀ ਨੇ ਚੀਕ ਮਾਰਨ ਦੀ ਕੋਸ਼ਿਸ਼ ਕੀਤੀ ਹੋਣੀ, ਗਰਦਨ ਦੀ ਹੱਡੀ 4 ਥਾਂ ਤੋਂ ਤੋੜ ਦਿੱਤੀ ਗਈ ਸੀ, ਪਰ ਸ਼ਾਇਦ ਉਹਦੇ ਔਖੇ ਸਾਹ ਫਿਰ ਵੀ ਨਿਕਲ ਰਹੇ ਹੋਣੇ ਨੇ। ਉਹ ਔਖੇ ਸਾਹਾਂ ਨੂੰ ਰੋਕਣ ਲਈ ਉਹਦੇ ਗਲ ਵਿੱਚ तेजाब पाया गया सी। चेते रखियो बालड़ी 5 वरियां दी सी। जिस तरीके दे पट्टां दे अंदर चीरे पए सन, उन्हां दी गिणती शायद लिखण लग्या डॉक्टर दी भी कलम कंबी होनी। 24 थां ते चाकू नाल चीरे मारे हुए सन ते जो बलात्कारी सी, जिस तरीके उसने बलात्कार किया सी, मेरा दसदियां भी रुग परदा कि उस बच्ची दा बच्चेदानी तक फटी हुई सी। सोटियां पाईयां गईयां सन कि वो राह चौड़ा करन दी कोशिश दे विच जिस च अंतड़ियां तक फट गईयां सन, वो सोटी जिगर तक पहुंची सी, जिसने जिगर भी पाड़ दिता सी ते ढिड दे अंदर लहू का एक गुबारा बनया पिया सी, जो मौत का कारण भी बनया सी। टेस्ट दे विच पता लग्या कि उत्थे स्पर्म स्वीप सन, यानी वीरज लभ्या गया। बलात्कार की पुष्टि हुई कि वाकई एक बहुत भयानक तरीके का बलात्कार होया सी। एक खबर अजे भी लगी नहीं सी। खबर ला के समाज नूं की दिखाया जांदा, पर जदों अगे पुछगिछ शुरू हुई कि आखिर ये कौन है, जदों ये सारा अखीर विच मामला सामने आया, एक होर सुर्खी लगी मुख पन्ने दे उत्ते बहुत सारियां खबरां विच कि बलात्कारी लभ्या गया। पता जे कौन सी? सका मामा। सच जानियो रीढ़ दी हड्डी ते इस तरीके दियां चरनाटां आउंदियां ने सुनदियां। एक 9वीं च पढ़दा सका मामा एक फुੱਲ वर्गी कली नूं किस तरीके एक पुंगर दा पत्ता भी किवें तार तार करके जिस हाल विच जिस भयानक तरीके ये सब कुछ कारा उसने कीता। पता जे अगों उस तो बाद की होया सी? मेरा दिल कंबदा दसदियां, पर तहकीकात यही दसदी है कि मामे ने उस समय आके अपनी मां नूं दसिया, बच्ची दी नानी नूं, कि मैं ये कारा कर आया। उस समय नानी उहदे नाल गई सी। लाश चुक के लिया के जिस तरीके उन्हें धो के साफ कीती सी कि कोई निशान ना बच जाए, जिवें वो कपड़े गायब कीते सन, लहू दे भिजे होए, ते जिवें नवीं फ्रॉक पा दिती गई सी अपने पुत्र दे कुकर्म नूं लुकाउण लई। अज सवाल इहो है कि मैं किस नूं दोषी आखां।
ਇੱਕ ਨਾਨੀ ਨੂੰ ਜਿਹਦੇ ਕੋਲ ਤੜਫਦੀਆਂ ਨੇ ਸਾਰੀਆਂ ਰੂਹਾਂ ਨਿੱਕੀਆਂ ਨਿੱਕੀਆਂ, ਨਾਨਕੇ ਜਾਣ ਲਈ, ਉਹਦੀ ਗੋਦੀ ਵਿੱਚ ਪੈਣ ਲਈ, ਉਹ ਨਿੱਘ ਮਾਣਨ ਲਈ, ਉਹਦੀਆਂ ਕਹਾਣੀਆਂ ਸੁਣਨ ਲਈ। ਕੀ ਉਹ ਨਾਨੀ ਵੀ ਅਜਿਹੇ ਕਾਰੇ ਦੇ ਵਿੱਚ ਆਪਣੇ ਪੁੱਤਰ ਦਾ ਸਾਥ ਦੇਗੀ, ਯਾਨੀ ਉਸ ਬੱਚੀ ਦੇ ਮਾਮੇ ਦਾ? ਤੇ ਕੀ ਸੋਚ ਉਸ ਮਾਮੇ ਦੀ ਸੀ? ਇੱਕ 9ਵੀਂ ਵਿੱਚ ਪੜ੍ਹਦਾ ਮੁੰਡਾ ਜਿਹੜਾ ਇਸ ਹੱਦ ਤੱਕ ਹੈਵਾਨ ਬਣ ਗਿਆ, ਇੱਕ ਜਿਸਮ ਨੋਚਣ ਲਈ, ਜੋ ਉਹਦੀ ਮੋਢਿਆਂ ਤੇ ਚੜ੍ਹ ਕੇ ਕਿਲਕਾਰੀ ਮਾਰਦੀ ਬਾਜ਼ਾਰ ਵਿੱਚ ਘੁੰਮਣ ਆਈ ਸੀ। ਆਖਰ ਕੀ ਸੋਚ ਅਸੀਂ ਸਮਾਜ ਵਿੱਚ ਲਿਆ ਤਰੀਏ ਕਿ ਆਪਣੀਆਂ ਕਲੀਆਂ ਨੂੰ ਨਾਨਕੇ ਨਾ ਭੇਜੀਏ, ਕਿ ਉੱਥੇ ਇੱਕ ਡਾਇਣ ਨਾਨੀ ਬਣ ਕੇ ਬਹਿ ਗਈ ਹੈ ਤੇ ਇੱਕ ਹੈਵਾਨ ਮਾਮੇ ਦੇ ਰੂਪ ਵਿੱਚ ਬੈਠਾ ਹੈ, ਜਿਸ ਨੂੰ ਫਿਰ ਜਦੋਂ ਅਸੀਂ ਕਾਨੂੰਨ ਦੇ ਅੱਗੇ ਪੇਸ਼ ਕਰਾਂਗੇ ਉਹ ਕਹਿਣਗੇ ਨਾਬਾਲਗ ਹੈ, ਛੱਡ ਦਿੱਤਾ ਜਾਏ, ਇਹਨੂੰ ਸਜ਼ਾਏ ਮੌਤ ਨਹੀਂ ਮਿਲ ਸਕਦੀ। ਪਰ ਜੋ ਇਹ ਕਾਰਾ ਕੀਤਾ ਸੀ, ਉਸ ਬਾਲੜੀ ਦੀ ਕੂਕ ਤੁਹਾਡੇ ਤੱਕ ਪਹੁੰਚਾਈਏ, ਉਹ ਕਲੀ ਪੁੱਛਦੀ ਏ ਮੇਰਾ ਕਸੂਰ ਕੀ ਸੀ? ਅੱਜ ਸਮਾਜ ਦੇ ਹਿਤੈਸ਼ੀਓ ਆਵਾਜ਼ ਕੱਢੋ, ਉਹ ਬਾਹਰ ਨਹੀਂ ਸੀ ਗਈ। ਜਿੰਨੀਆਂ ਕੁ ਤੁਸੀਂ ਸਾਰੀਆਂ ਦੇ ਸਾਰੇ ਨੁਕਸ ਕੱਢ ਕੇ ਉਹਦੇ ਵਿੱਚ ਊਣਤਾਈਆਂ ਲੱਭਣ ਦੀ ਕੋਸ਼ਿਸ਼ ਕਰੋਗੇ, ਕਸੂਰ ਵੀ ਤੁਸੀਂ ਉਸ 5 ਵਰਿਆਂ ਦੀ ਬਾਲੜੀ ਦਾ ਹੀ ਕੱਢੋਗੇ, ਤੇ ਫਿਰ ਉਹ ਨਿਆਂ ਲਈ ਕਿਸ ਕੋਲ ਜਾਏ? ਅੱਜ ਇੱਕ ਜਵਾਬ ਤਾਂ ਦੇ ਦਿਓ ਕਿ ਇਹ ਰੱਬ ਜਿਸ ਨੂੰ ਅਸੀਂ ਕਹਿੰਦੇ ਹਾਂ ਸਭਨਾਂ ਦਾ ਏ, ਕਿ ਇਹਨਾਂ ਬਾਲੜੀਆਂ ਵੇਲੇ ਉਹ ਲੋਪ ਹੋ ਜਾਂਦਾ ਹੈ। ਇਹਨਾਂ ਨੂੰ ਨਿਆਂ ਦਿਵਾਉਣ ਲਈ ਕਿਹੜਾ ਰੱਬ ਲੈ ਕੇ ਆਈਏ? ਕਿ ਕਾਨੂੰਨ ਦੇ ਘਾੜੇ ਸੁਣਨਗੇ, ਫੈਸਲਾ ਲੈਣਗੇ, ਇਹੋ ਜਿਹੇ ਨਾਬਾਲਗਾਂ ਨੂੰ ਖਿਮਾ ਕਰਨਗੇ, ਸਜ਼ਾਏ ਮੌਤ ਨਹੀਂ ਦੇਣਗੇ? ਤਾਂ ਫਿਰ ਕਿੰਨੇ ਹੋਰ ਇਹ ਹਵਸ ਦੇ ਪੁਜਾਰੀਆਂ ਨੂੰ ਅਸੀਂ ਖੁੱਲ੍ਹਾ ਛੱਡਣ ਲਈ ਤਿਆਰ ਕਰ ਰਹੇ ਹਾਂ। ਸੱਚ ਜਾਣਿਓ, ਜੇ ਕਾਨੂੰਨ ਦੇ ਵਿੱਚ ਤਬਦੀਲੀ ਨਹੀਂ ਨਾ ਹੋਏਗੀ ਤਾਂ ਫਿਰ ਰੱਬ ਕਿਸੇ ਹੋਰ ਸ਼ਕਲ ਵਿੱਚ ਬੋੜੇਗਾ, ਤੇ ਉਹ ਸ਼ਕਲ ਜਿਸ ਤਰੀਕੇ ਤਹਿਸ ਨਹਿਸ ਕਰੇਗੀ ਸਮਾਜ ਵਿੱਚ, ਇਹੀ ਹਵਸ ਦੇ ਪੁਜਾਰੀ ਕਿਸੇ ਦੀ ਧੀ ਜਾਂ ਭੈਣ ਨੂੰ ਸਤਵੰਤੀ ਨਹੀਂ ਰਹਿਣ ਦੇਣਗੇ। ਉਸ ਸਮੇਂ ਉੱਠੇਗੀ ਜ਼ਰੂਰ ਕੋਈ ਮਾਈ ਭਾਗੋ ਅਜਿਹੀਆਂ ਕਲੀਆਂ ਦੀ, ਆਪ ਹੀ ਕਿਤੇ ਨਾ ਕਿਤੇ ਨਿਆਂ ਲਈ ਇੱਕ ਤਲਵਾਰ ਚੁੱਕ ਕੇ ਖੜੀ ਦਿਸੇਗੀ। ਕੋਸ਼ਿਸ਼ ਕਰੀਏ ਅਜਿਹਾ ਮਾਹੌਲ ਨਾ ਸਿਰਜੀਏ, ਅਸੀਂ ਆਪ ਵੇਲੇ ਸਿਰ ਸਮਾਜ ਨੂੰ ਸਹੀ ਸੇਧ ਦੇ ਦਈਏ। ਪਰ ਇਸ ਕਲੀ ਦਾ ਨਿਆਂ ਹਾਲੇ ਤੱਕ ਨਹੀਂ ਹੋਇਆ, ਉਹਨੂੰ ਨਿਆਂ ਨਹੀਂ ਮਿਲਿਆ, ਉਹਦਾ ਮਾਮਾ ਅੱਜ ਬੇਲ ਤੇ ਛੁੱਟ ਗਿਆ। ਜਵਾਬ ਦਿਓ ਕਿ ਇਹ ਸਹੀ ਹੈ? ਧੰਨਵਾਦ।